सच बोलेगा ता मिलू 295 जे करेगा तरक्की पुत हेट मिलूगी। सिद्धू मूसेवाला के पाकिस्तानी फैन की ख्वाहिश बिलाखिर पूरी हो गई। सिद्धू मूसेवाला का फर्स्ट नंबर इसने हासिल किया तो इस नंबर को खरीदने वालों ने इसको करोड़ों रुपए की ऑफर्स कर दी। गल खरी लिखदा सी कट्टा वेच के बई ये नंबर लिया। इस नंबर दे मैनू इन्ने को पैसे लग रहा मैं कल्ला की मेरा पूरा खानदान सारी जिंदगी बह के खा सकता है। तैमूर भाई मुझे बताएं कि आप जो है सोशल मीडिया पर बड़ा वायरल है और सिद्धू मूसेवाले की वजह से, ये सारी कहानी है क्या? बई गल इदा कि सिद्धू मूसेवाला बई लैजेंड बंदा सी, एक गल खरी लिखदा ਸੀ ਤੇ ਅਸੀਂ ਬਈ ਉਹਨੂੰ ਸ਼ੁਰੂ ਤੋਂ ਹੀ ਸੁਣਦੇ ਆ ਰਹੇ ਹਾਂ ਤਕਰੀਬਨ 2016-17 ਤੋਂ ਤੇ ਉਹਦੇ ਗਾਣੇ ਗੂਨੇ ਸੁਣਦੇ ਸਾਂ, ਉਹਦੇ ਨਾਲ ਪਿਆਰ ਸੀ ਤੇ ਲੈਜੈਂਡ ਬੰਦਾ ਸੀ ਬਈ। ਤੇ ਨਵਾਂ ਉਹਨੂੰ 2019 ਦੇ ਵਿੱਚ ਬਈ ਉਹਨੂੰ ਨਾ 6911 ਕਹਿਣ ਲੱਗ ਪਿਆ ਸੀ। 6911 ਉਹਨੂੰ ਕਹਿੰਦੇ ਸੀ। ਸਿੱਧੂ ਮੂਸੇਵਾਲੇ ਤੋਂ ਇਲਾਵਾ ਉਹਦਾ ਨਾਂ 6911 ਸੀ ਤੇ ਉਸ ਟਾਈਮ ਮੈਂ ਸੋਚਿਆ ਕਿ ਆਪਾਂ ਨਾ ਇੱਕ ਫੋਨ ਨੰਬਰ ਲੈਣੇ ਆ ਜਿਹਦੇ ਵਿੱਚ 6911 ਹੋਣਾ ਚਾਹੀਦਾ। ਮੈਨੂੰ ਆਸਾਨੀ ਨਾਲ ਮਿਲ ਗਿਆ 2-300 ਦਾ ਨੰਬਰ ਜਿਹਦੇ ਵਿੱਚ 6911 ਖਾਲੀ ਆਉਂਦਾ ਸੀ ਐਂਡ ਤੇ 302 ਸੀ। ਅੱਛਾ। ਤੇ ਉਸ ਤੋਂ ਬਾਅਦ ਉਹ ਨੰਬਰ ਚੱਲਦਾ ਰਿਹਾ ਮੇਰੇ ਕੋਲ 2019 ਤੋਂ ਲੱਗ ਕੇ 2021 ਤੱਕ। 2021 ਦੇ ਵਿੱਚ ਸਿੱਧੂ ਦੀ ਮੂਵ ਸਟੇਪ ਆਈ ਐਲਬਮ, ਉਹਦੇ ਵਿੱਚ ਜਿਹੜਾ ਨਾ ਸੌਂਗ ਸੀ 295। ਅੱਛਾ। ਉਹ 295 ਤੁਹਾਨੂੰ ਪਤਾ ਹੈ ਅੱਜ ਵੀ ਚੱਲਦਾ, ਟ੍ਰੈਂਡਿੰਗ ਤੇ ਚੱਲ ਰਿਹਾ। ਉਹ ਜਦੋਂ ਮੈਂ 295 ਗਾਣਾ ਸੁਣਿਆ ਤੇ ਮੈਂ ਕਿਹਾ 6911 ਤਾਂ ਆਪਣੇ ਕੋਲ ਹੈ ਆ ਤੇ ਅੱਗੇ 295 ਵੀ ਲਾਈਏ, ਕਿਉਂਕਿ ਬਾਈ ਉਹ 2021 ਦੇ ਵਿੱਚ ਨਾ ਸਿੱਧੂ ਨੂੰ 295 ਵੀ ਕਹਿਣ ਲੱਗ ਪਈ ਸੀ ਦੁਨੀਆ। ਤੇ 6911 ਤਾਂ ਪਹਿਲੇ ਹੀ ਸੀ, 295 ਬਾਅਦ ਚ ਅੱਗੇ ਲਾਣਾ ਸੀ ਉਹ ਮੇਰੇ ਲਈ ਬਹੁਤ ਮੁਸ਼ਕਲ ਦਾ ਕੰਮ ਸੀ। ਮੈਂ 2021 ਦੇ ਐਂਡ ਚ ਮੇਰੇ ਜ਼ਿਹਨ ਚ ਆਇਆ ਸੀ ਤੇ 2022 ਚ ਮੈਂ ਸਟਾਰਟ ਕਰਤਾ ਸੀ ਲੱਭਣਾ। ਅੱਛਾ। ਮੈਂ ਸਟਾਰਟ ਕਰਤਾ, ਮੈਂ ਬੜਾ ਲੱਭਿਆ, ਤਕਰੀਬਨ 3-4 ਮਹੀਨੇ ਲੱਭਦਾ ਰਿਹਾ, ਮੈਨੂੰ ਨਹੀਂ ਲੱਭਿਆ। ਫਿਰ ਮੈਂ ਕਿਹਾ ਨਹੀਂ ਲੱਭਣਾ, ਆਪਾਂ ਨੂੰ ਨਹੀਂ ਮਿਲਣਾ। ਉਸ ਤੋਂ ਬਾਅਦ ਸਿੱਧੂ ਦੀ ਡੈਥ ਹੋਈ 29 ਮਈ ਨੂੰ। ਉਸ ਤੋਂ ਬਾਅਦ ਜਿਹੜਾ ਹੈ ਨਾ ਮੈਂ ਆਪਣੀ ਕੋਸ਼ਿਸ਼ ਜਿਹੜੀ ਹੈ ਨਾ ਪੂਰੀ ਜਿਹੜਾ ਨਾ ਐਫਰਟ ਕਰਨੀ ਸ਼ੁਰੂ ਕਰਤੀ ਕਿ ਇਹ ਨੰਬਰ ਹੁਣ ਆਪਾਂ ਲਾਜ਼ਮੀ ਲੱਭਣਾ। ਤੇ ਉਹ ਫਿਰ ਬਈ ਮੈਂ ਤਕਰੀਬਨ ਫਿਰ ਵੀ ਸਾਲ ਕੁ ਲੱਭਦਾ ਰਿਹਾ। 2023 ਦੇ ਵਿੱਚ ਜਾ ਕੇ ਨਾ ਮੈਨੂੰ ਨੰਬਰ ਮਿਲਿਆ ਹੈ 0334 ਦੇ ਵਿੱਚ 6911 ਅੱਛਾ। ਤੇ ਇਹ ਮਿਲਿਆ ਇਦਾਂ ਕਿ ਆਜ਼ਾਦ ਕਸ਼ਮੀਰ ਚ ਸੀ ਇੱਕ ਬੰਦਾ, ਉਹਦੇ ਕੋਲ ਚੱਲ ਰਿਹਾ ਸੀ ਤੇ ਉਹਦੇ ਕੋਲ ਮੈਨੂੰ ਮਿਲਿਆ ਤੇ ਉਹ ਬਾਈ ਨਾਲ ਫਿਰ ਜਿਹੜਾ ਨਾ ਡੀਲ ਹੋਈ, ਉਹਦੇ ਕੋਲੋਂ 1 ਲੱਖ ਰੁਪਏ ਦਾ ਨੰਬਰ ਖਰੀਦਿਆ ਆਪਾਂ। ਅੱਛਾ, ਲੱਖ ਰੁਪਇਆ ਲਿਆ ਕਿੱਥੋਂ? ਆਪਣਾ ਮੈਂ ਵੀ ਤੁਹਾਡੇ ਜੇ ਆ ਠੀਕ ਹੈ ਜੀ, ਮੈਂ ਕਰੋ ਪੈਸੇ ਮੰਗਾ ਤਾਂ ਉਹਨੇ ਆਣਾ ਪਈ ਪਿਓ ਨੇ ਆਖਣਾ 50-100 ਜ਼ਿਆਦਾ ਕੀਤਾ ਜੀ, ਉਹਨਾਂ ਨੇ ਦੇਣਾ ਜੀ 1000-1500 ਲੈ ਲਓ, ਇਕੱਠੇ ਹੀ ਲੱਖ। ਬਈ ਆਪਣੇ ਕੋਲ ਸੀ ਇੱਕ ਕੱਟਾ, ਉਹ ਆਪਾਂ ਵੇਚ ਦਿੱਤਾ ਨਾ ਕਰੀ। ਹਾਂਜੀ, ਕੱਟਾ ਵੇਚ ਕੇ ਬਈ ਇਹ ਨੰਬਰ ਲਿਆ ਆਪਾਂ ਕਿੰਨੇ ਝੋਟਾ। ਦਾ ਵਿਕਿਆ? ਉਹ ਤਕਰੀਬਨ 1.5 ਕੁ ਦਾ ਵੇਚ ਗਿਆ। 1.5 ਲੱਖ। ਹਾਂਜੀ। ਤੇ ਕਿਸ ਤਰ੍ਹਾਂ ਵੇਚੇ? ਘਰ ਵਾਲਿਆਂ ਨੂੰ ਪਤਾ ਸੀ? ਘਰ ਵਾਲਿਆਂ ਨੂੰ ਪਤਾ ਹੀ ਸੀ, ਬਸ ਥੋੜੇ ਲੜੇ ਲੁੜੇ ਤੇ ਬਈ ਬਸ ਉਹ ਕੰਮ ਦਰਮ ਬਰਮ ਹੋ ਗਿਆ। ਤੇ ਅੱਜ ਬਈ ਇਸ ਨੰਬਰ ਦੇ ਮੈਨੂੰ ਇੰਨੇ ਕੁ ਪੈਸੇ ਲੱਗ ਰਿਹਾ ਮੈਂ ਕੱਲਾ ਕੀ ਮੇਰਾ ਪੂਰਾ ਖਾਨਦਾਨ ਸਾਰੀ ਜ਼ਿੰਦਗੀ ਬਹਿ ਕੇ ਖਾ ਸਕਦਾ। ਇੰਨੇ ਕੁ ਪੈਸੇ ਮੈਨੂੰ ਇਸ ਨੰਬਰ ਦੇ ਲੱਗ ਚੁੱਕੇ ਨੇ ਕੈਨੇਡਾ, ਯੂਰਪ ਤੋਂ। ਤਕਰੀਬਨ ਮੇਰੇ ਅੰਦਾਜ਼ੇ ਨਾਲ ਅੱਧੇ ਯੂਰਪ ਨੇ ਮੈਨੂੰ ਕਾਲ ਕਰ ਲਈ ਹੋਣੀ। ਅੱਛਾ। ਕਿ ਇਹ ਨੰਬਰ ਦੀ ਵਜ੍ਹਾ ਤੋਂ? ਹਾਂਜੀ, ਇਹ ਨੰਬਰ ਦੀ ਵਜ੍ਹਾ ਤੋਂ। ਇੰਡੀਆ ਦੇ ਵਿੱਚੋਂ ਕਾਫੀ ਸਰਦਾਰ ਵੀਰ ਆਪਣੇ ਜਿਹੜੇ ਉਹਨਾਂ ਮੇਰੇ ਨਾਲ ਰਾਬਤਾ ਕੀਤਾ, ਉਹ ਕਹਿੰਦੇ ਆ ਕਿ ਬਈ ਇਹ ਨੰਬਰ ਨਹੀਂ ਤੂੰ ਦੇਣਾ, ਤੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਏ ਤੂੰ ਸਾਨੂੰ ਸਾਡੇ ਨਾਲ ਰਾਬਤਾ ਕਰ, ਰਹੀ ਤੇਰੀ ਜ਼ਰੂਰਤ ਪੂਰੀ ਕਰਾਂਗੇ। ਜਿਹੜੇ ਸਰਦਾਰ ਇੰਡੀਅਨ ਸਰਦਾਰ ਕੈਨੇਡਾ ਦੇ ਵਿੱਚ ਜਾ ਕੇ ਬੈਠੇ ਆ। ਅੱਛਾ, ਕਦੀ ਸੋਚਿਆ ਨਹੀਂ? ਤਾਂ ਮੈਨੂੰ ਤਾਂ ਕੋਈ ਮੰਗਿਆ ਸਾਲਨ ਨਹੀਂ ਦਿੰਦਾ ਤੇ ਅੱਜ ਆ ਨੰਬਰ ਦੀ ਵਜ੍ਹਾ ਤੋਂ ਮੈਨੂੰ ਲੋਕ ਇੰਨੀ ਚਾਹਤ। ਯਕੀਨ ਕਰੋ ਬਈ ਜਿਹੜੇ ਬੰਦੇ ਸਾਨੂੰ ਬੁਲਾਣਾ ਨਹੀਂ ਸੀ ਨਾ ਪਸੰਦ ਕਰਦੇ, ਅੱਜ ਉਹ ਵੀ ਫੋਨ ਕਰਕੇ ਕਹਿੰਦੇ ਆ ਕਿ ਬਿੱਟੂ ਸਾਹਿਬ ਕੀ ਹਾਲ ਚਾਲ। ਅੱਗੇ ਪਿੱਛੇ ਜਾਈਦਾ, ਕੋਈ ਅੱਗੇ ਵੇਖਣਾ ਨਹੀਂ ਪਸੰਦ ਕਰਦਾ ਸੀ, ਅੱਜ ਉਹ ਜੱਫੀ ਪਾ ਕੇ ਮਿਲਦੇ ਆ, ਤਸਵੀਰਾਂ ਲੈਂਦੇ ਆ, ਕਹਿੰਦੇ ਕਿ ਬਈ ਤੂੰ ਵਾਇਰਲ ਹੋ ਗਿਆ। ਲੇਕਿਨ ਬਈ ਆਪਣੇ ਜ਼ਿਹਨ 'ਚ ਉੱਦਾਂ ਦੀ ਕੋਈ ਗੱਲ ਨਹੀਂ। ਤੇ ਸਾਨੂੰ ਮੈਨੂੰ ਜਿਹੜਾ ਨਾ ਯਕੀਨ ਨਹੀਂ ਸੀ ਕਿ ਮੈਂ ਇੰਨਾ ਵਾਇਰਲ ਹੋ ਜਾਵਾਂਗਾ, ਇਹ ਨੰਬਰ ਕਰਕੇ ਵਾਇਰਲ ਹੋ ਜਾਵਾਂਗਾ। ਅੱਛਾ, ਸਭ ਤੋਂ ਪਹਿਲੇ ਕਿਹੜੇ ਬੰਦੇ ਨੇ ਕਾਲ ਕੀਤੀ ਕਿ ਇਹ ਨੰਬਰ ਮੈਨੂੰ ਦੇ ਦੇ ਤੇ ਇੰਨੇ ਪੈਸੇ ਲੈ ਲੈ? ਸਭ ਤੋਂ ਪਹਿਲੇ ਕਿੰਨੀ ਆਫਰ ਹੋਈ, ਇਹ ਸਾਰਾ ਦੱਸੋ। ਸਭ ਤੋਂ ਪਹਿਲਾਂ ਮੈਨੂੰ 6 ਲੱਖ ਦੀ ਆਫਰ ਹੋਈ ਸੀ, ਪਾਕਿਸਤਾਨ ਤੋਂ ਸੀ ਬੰਦਾ। 6 ਲੱਖ ਦੀ ਆਫਰ ਹੋਈ ਸੀ ਐਂਡ ਉਹਨੇ 6.5 ਐਂਡ 7 ਲਾਤਾ ਸੀ। ਤੇ ਮੈਂ ਕਿਹਾ ਯਾਰ ਇੰਨੀ ਕੀਮਤ ਲੱਗ ਰਹੀ ਇਹਦੀ ਨੰਬਰ ਦੀ। ਪਹਿਲਾਂ ਤਾਂ ਮੈਂ ਸੋਚਿਆ ਕਿ ਦੇ ਦਿਆਂ ਮੈਂ। ਅੱਛਾ। ਫਿਰ ਮੈਂ ਕਿਹਾ ਨਹੀਂ ਯਾਰ ਇਹ ਜਿਹੜਾ ਹੈ ਨਾ ਫਿਰ ਸਿੱਧੂ ਨਾਲ ਦੋਗਲੀ ਕਰਾਂਗੇ ਆਪਾਂ। ਉਹਨੂੰ ਪਿਆਰ ਕਰਕੇ ਨੰਬਰ ਖਰੀਦਿਆ ਤੇ ਨੰਬਰ ਵੇਚਤਾ, ਫਿਰ ਤਾਂ ਆਪਾਂ ਜਿਹੜਾ ਹੈ ਨਾ ਖੱਚ ਹੋ ਜਾਾਂਗੇ। ਤੇ ਫਿਰ ਬਈ ਮੈਂ ਨਹੀਂ ਦਿੱਤਾ। ਫਿਰ ਉਸ ਤੋਂ ਬਾਅਦ ਇੱਕ ਬਾਈ ਹੋਰ ਨੇ ਮੈਨੂੰ ਕਤਰ ਤੋਂ ਫੋਨ ਕੀਤਾ। ਕਤਰ ਤੋਂ ਫੋਨ ਕੀਤਾ ਬਈ ਫੈਸਲਾਬਾਦ ਦਾ। ਉਹਨੇ ਕਿਹਾ ਬਈ ਮੇਰੇ ਡੇਰੇ ਤੇ
ਟੋਇਟਾ ਗ੍ਰੈਂਡੀ 2023 ਮਾਡਲ ਗੱਡੀ ਖੜੀ ਆ, 1200 ਕਿਲੋਮੀਟਰ ਚੱਲੀ ਆ, ਆਪਣੀ ਲੋਕੇਸ਼ਨ ਭੇਜ, ਬੰਦਾ ਉੱਥੇ ਆਂਦਾ ਤੇਰੇ ਨਾਮ ਕਰਵਾਉਂਦਾ, ਐਸਐਮਓ ਨੂੰ ਦੇ ਦੇ। ਮੈਂ ਕਿਹਾ ਨਹੀਂ ਬਈ ਮੈਂ ਨਹੀਂ ਦੇਣੀ। ਫਿਰ ਮੈਂ ਕਿਹਾ ਯਾਰ ਗੱਡੀ ਦੇ ਰਿਹਾ, ਹਾਲੇ ਹੋਰ ਵੀ ਉੱਤੇ ਜਾਏਗਾ। ਮੈਨੂੰ ਇੱਕ ਦੋਸਤ ਨੇ ਕਿਹਾ, ਇੰਡੀਅਨ ਦੋਸਤ ਸੀ ਮੇਰਾ, ਉਹਨੇ ਕਿਹਾ ਬਈ ਮਰਨੋਂ ਮਰ ਜਾਵੀਂ, ਇਹ ਨੰਬਰ ਨਾ ਦੇਵੀਂ ਤੂੰ, ਇਸ ਨੰਬਰ ਕਰਕੇ ਤੈਨੂੰ ਬੜਾ ਕੁਝ ਮਿਲੇਗਾ, ਤੂੰ ਇਹ ਨੰਬਰ ਨਹੀਂ ਦੇਣਾ। ਮੈਂ ਆਪਣੇ ਜ਼ਿਹਨ ਦੇ ਵਿੱਚ ਉਹਦੀ ਗੱਲ ਬਿਠਾਈ ਹੋਈ ਸੀ। ਉਸ ਤੋਂ ਬਾਅਦ ਫਿਰ ਬਈ ਹੋਰ ਕੰਮ ਚਕੀਂਦਾ ਗਿਆ। ਫਿਰ ਯੂਰਪ ਵਾਲੀ ਸਾਈਡ ਤੋਂ ਮੈਨੂੰ ਫੋਨ ਆਉਣ ਲੱਗ ਪਿਆ, ਜਰਮਨੀ, ਫਰਾਂਸ, ਇਟਲੀ, ਕੈਨੇਡਾ, USA। ਇੱਧਰੋਂ ਮੈਨੂੰ ਹੁਣ ਸਭ ਤੋਂ ਜ਼ਿਆਦਾ ਕਾਲਾਂ ਆਉਂਦੀਆਂ ਨੇ, ਸਰਦਾਰ ਵੀਰ ਕਰਦੇ ਆ। ਇੱਥੋਂ ਤੱਕ ਇੱਕ ਫਰਾਂਸ ਦੇ ਵਿੱਚ ਸਰਦਾਰ ਹੈ, ਉਹ ਕਹਿੰਦਾ ਮੇਰੇ 3 ਰੈਸਟੋਰੈਂਟ ਨੇ ਇੱਧਰ ਫਰਾਂਸ 'ਚ, ਤੇ ਮੈਂ ਤੈਨੂੰ ਇੱਧਰੋਂ ਸਪਾਂਸਰ ਕਰਨਾ, ਤੂੰ ਫਰਾਂਸ ਆ ਜਾ ਆਪਣੇ ਕੋਲ, ਇੱਥੇ ਕੰਮ ਕਰ, ਜੋ ਤੈਨੂੰ ਜ਼ਰੂਰਤ ਹੋਈ ਅਸੀਂ ਤੇਰੀ ਪੂਰੀ ਕਰਾਂਗੇ। ਉਹਦੇ ਨਾਲ ਵੀ ਮੇਰੀ ਗੱਲਬਾਤ ਚੱਲ ਰਹੀ ਹੈ। ਹੋ ਸਕਦਾ ਕਿ ਮੈਂ ਫਰਾਂਸ ਜਾਵਾਂ, ਮੇਰੇ ਜਿੰਨੇ ਕਜ਼ਨ ਨੇ ਸਾਰਿਆਂ ਨੂੰ ਮੈਂ ਸਪੋਰਟ ਕਰਾਂਗਾ, ਅੱਲਾ ਦੇ ਹੁਕਮ ਨਾਲ ਸਾਰਿਆਂ ਨੂੰ ਮੈਂ ਨਾਲ ਲੈ ਕੇ ਜਾਵਾਂਗਾ ਫਰਾਂਸ, ਕਿਉਂਕਿ ਬਈ ਮੈਂ ਉਹਨਾਂ ਕਰਕੇ ਅੱਜ ਇੱਥੋਂ ਤੱਕ ਆਇਆ, ਮੇਰੇ ਕਜ਼ਨਾਂ ਦੀ ਸਪੋਰਟ ਕਰਕੇ ਮੈਂ ਇੱਥੋਂ ਤੱਕ ਆਇਆ, ਤੇ ਮੈਂ ਉਹਨਾਂ ਨੂੰ ਆਪਣੇ ਨਾਲ ਲੈ ਕੇ ਚੱਲਾਂਗਾ, ਤੇ ਅੱਲਾ ਦੇ ਹੁਕਮ ਨਾਲ ਅਸੀਂ ਇੱਕ ਵਾਰੀ ਉੱਤੇ ਜ਼ਰੂਰ ਆਵਾਂਗੇ। ਪਾਕਿਸਤਾਨੀ ਫਰੈਂਚਾਈਜ਼ ਦੇ ਵਿੱਚ ਤਾਂ ਇਹ ਨੰਬਰ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਗਏ ਹੋ। ਮੈਂ ਫਰੈਂਚਾਈਜ਼ ਦੇ ਵਿੱਚ ਤਕਰੀਬਨ 1.5 ਸਾਲ ਜਾਂਦਾ ਰਿਹਾ, ਨਹੀਂ ਮਿਲਿਆ ਫਰੈਂਚਾਈਜ਼ 'ਚ, ਇਹ ਕਿਸੇ ਕੋਲ ਚੱਲ ਰਿਹਾ ਸੀ। ਹੁਣ ਨੰਬਰ ਜਿਹੜਾ ਹੈ ਨਾ, ਕਈ ਲੋਕ ਜਿਨ੍ਹਾਂ ਦੇ ਹੱਥ ਪੈਂਦੇ ਆ ਫਰੈਂਚਾਈਜ਼ਾਂ ਦੇ ਵਿੱਚ, ਜਿਹੜੇ ਅਮੀਰ ਤਰੀਨ ਲੋਕ ਨੇ, ਉਹਨਾਂ ਨੰਬਰ ਖਰੀਦੇ ਨੇ ਸਿਰਫ ਮੇਰੇ ਕਰਕੇ, ਇਸ ਨੰਬਰ ਕਰਕੇ ਉਹਨਾਂ ਨੰਬਰ ਖਰੀਦੇ ਨੇ। ਮੈਨੂੰ 3-4 ਨੰਬਰਾਂ ਤੋਂ ਕਾਲ ਵੀ ਆਈ, ਸੇਮ ਇਦਾਂ ਦੇ ਨੰਬਰ ਨੇ, ਕਹਿੰਦੇ ਕਿ ਬਈ ਸਾਡੇ ਕੋਲ ਵੀ ਨੰਬਰ ਆਇਆ ਤੇ ਅਸੀਂ ਵੀ ਮਸ਼ਹੂਰ ਹੋਣਾ ਚਾਹੁੰਦੇ ਆ, ਦੱਸ। ਮੈਂ ਕਿਹਾ ਬਈ ਮੇਰੇ ਤਾਂ ਜ਼ਿਹਨ 'ਚ ਵੀ ਨਹੀਂ ਸੀ ਕਿ ਮੈਂ ਮਸ਼ਹੂਰ ਹੋਵਾਂਗਾ। ਜਿਵੇਂ ਮੈਂ ਨੰਬਰ ਲਿਆ ਨਾ, ਉਸ ਤਰ੍ਹਾਂ ਤੁਸੀਂ ਨੰਬਰ ਨਹੀਂ ਖਰੀਦਿਆ, ਤੁਸੀਂ ਸਿਰਫ ਇਹ ਨੰਬਰ ਦੇਖ ਕੇ ਖਰੀਦਿਆ। ਮੈਂ 1.5 ਸਾਲ ਦੀ ਐਫਰਟ ਕੀਤੀ ਹੈ, ਮੇਰੇ ਤਾਂ ਜ਼ਿਹਨ 'ਚ ਵੀ ਨਹੀਂ ਸੀ ਕਿ ਮੈਂ ਇੰਨਾ ਮਸ਼ਹੂਰ ਹੋਵਾਂਗਾ। ਤੁਸੀਂ ਤਾਂ ਹੁਣੇ ਨੰਬਰ ਖਰੀਦਿਆ ਮਸ਼ਹੂਰ ਹੋਣ ਵਾਸਤੇ। ਅੱਛਾ, ਮੈਨੂੰ ਇਹ ਦੱਸੋ ਕਿ ਸਿੱਧੂ ਦਾ ਕਿਹੜਾ ਐਸਾ ਗਾਣਾ ਹੈ ਜਿਹੜਾ ਸਭ ਤੋਂ ਪਹਿਲੇ ਸੁਣਿਆ ਤੇ ਉਹਦੇ ਫੈਨ ਹੋ? ਸਭ ਤੋਂ ਪਹਿਲਾ ਗਾਣਾ ਬਈ ਆਪਾਂ ਉਹਦਾ ਸੁਣਿਆ ਸੀ ਸੋ ਹਾਈ। ਉਹਦਾ ਗਾਣਾ ਪਹਿਲਾਂ ਆਇਆ ਸੀ ਜੀ ਵੈਗਨ, ਤੇ ਆਪਾਂ ਸੁਣਿਆ ਸੀ ਸੋ ਹਾਈ। ਸੋ ਹਾਈ ਤੋਂ ਬਾਅਦ ਫਿਰ ਮੈਂ ਜੀ ਵੈਗਨ ਸੁਣਿਆ ਸੀ। ਉਸ ਤੋਂ ਬਾਅਦ ਜਸਟ ਲਾਈਨ, ਉਰਾ ਪਰਾ, ਜਿੰਨੇ ਵੀ ਉਹਦੇ ਗਾਣੇ ਆਏ ਨੇ। ਫਿਰ PBX1 ਐਲਬਮ ਆਈ ਹੁੰਦੀ, ਫਿਰ ਉਹਦੇ ਵਿੱਚ ਅਗਾਂ ਉਹ VIP ਉਹਦੇ ਸੌਂਗ ਸੀ। ਯਕੀਨ ਕਰੋ ਇੱਕ ਬੋਲ ਹੁੰਦਾ ਦਿਲ ਨੂੰ ਲੱਗਦਾ ਸੀ। ਇੱਥੋਂ ਵੈਸੇ ਹੀ ਉਹਦੇ ਨਾਲ ਮੁਹੱਬਤ ਹੋ ਗਈ ਆਪਾਂ ਨੂੰ। ਸਾਡੇ ਸਾਰੇ ਜਿੰਨੇ ਵੀ ਕਜ਼ਨ ਨੇ ਉਹਨੂੰ ਹੀ ਸੁਣਦੇ ਨੇ। ਕੋਈ ਗਾਣਾ ਹੈ ਜਿਹੜਾ ਗਾ ਲੈਂਦੇ ਉਹਨਾਂ ਦੀ ਤਰਫ ਤੋਂ? ਹਾਂਜੀ, ਸਾਰੇ ਹੀ ਗਾਣੇ ਆਪਾਂ ਦੇ ਸੁਣਾਓ। 295 ਹੀ ਸੁਣਾ ਦੇਣੇ। 10 ਪੁੱਤ ਤੇਰਾ ਹੈਡ ਡਾਊਨ ਕਾਸ ਤੋਂ, ਚੰਗਾ ਭਲਾ ਹੱਸਦਾ ਸੀ ਰੋਣ ਕਾਸ ਤੋਂ, ਨਾਲੇ ਜਿਹੜੇ ਦਰਵਾਜ਼ੇ ਵਿੱਚ ਬੋਲ ਚੱਕੀ ਖੜਿਆ, ਮੈਂ ਚੰਗੀ ਤਰ੍ਹਾਂ ਜਾਣਦਾ ਆ ਕੌਣ ਕਾਸ ਤੋਂ। ਕੁਝ ਇੱਥੇ ਚਾਂਦੀ ਚਮਕਾਉਣਾ ਚਾਹੁੰਦੇ ਆ, ਕੁਝ ਤੈਨੂੰ ਫੜ ਥੱਲੇ ਲਾਉਣਾ ਚਾਹੁੰਦੇ ਆ, ਕੁਝ ਕਨੇ ਆਏ ਇੱਥੇ ਭੁੱਖੇ ਫੇਮ ਦੇ, ਨਾਮ ਲੈ ਕੇ ਤੇਰਾ ਅੱਗੇ ਆਉਣਾ ਚਾਹੁੰਦੇ ਆ। ਮੁਸੀਬਤ ਤਾਂ ਮਰਦਾਂ ਤੇ ਪੈਂਦੀ ਰਹਿੰਦੀ ਆ, ਦਬੀ ਨਾ ਤੂੰ ਦੁਨੀਆ ਸਵਾਦ ਲੈਂਦੀ ਆ, ਨਾਲੇ ਜਿਹੜੇ ਰਸਤੇ ਤੇ ਤੂੰ ਤੁਰਿਆ, ਇੱਥੇ ਬਦਨਾਮੀ ਹਾਈ ਰੇਟ ਮਿਲੂਗੀ, ਨਿਤ ਕੰਟਰੋਵਰਸੀ ਕਰੇਟ ਮਿਲੂਗੀ, ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ, ਸੱਚ ਬੋਲੇਗਾ ਤਾਂ ਮਿਲੂ 295, ਜੇ ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ। ਤੁਹਾਡੇ ਚੈਨਲ ਦੇ ਥਰੂ ਮੈਂ ਗੱਲ ਕਹਿਣਾ ਚਾਹਣਾ ਕਿ ਬਈ ਆ ਜਿਹੜਾ ਨੰਬਰ ਹੈ ਨਾ, ਇਹ ਨੰਬਰ ਅਸੀਂ ਵੇਚ ਨਹੀਂ ਸਕਦੇ, ਕਿਉਂਕਿ ਬਈ ਇਸ ਨੰਬਰ ਕਰਕੇ ਸਾਨੂੰ ਇੱਜ਼ਤ ਮਿਲੀ ਹੈ, ਸਾਨੂੰ ਲੋਕ ਅੱਜ ਜਾਣਨ ਲੱਗੇ ਆ, ਤੇ ਅਸੀਂ ਇਹ ਨੰਬਰ ਨਹੀਂ ਵੇਚ ਸਕਦੇ। ਬਹੁਤ ਦੂਰੋਂ ਤੁਸੀਂ ਕਾਲਾਂ ਕਰ ਰਹੇ, ਜੇ ਤੁਸੀਂ ਆਪਣੇ ਵੀਰ ਭਰਾ, ਜੇ ਅਸੀਂ ਤੁਹਾਡੀ ਕਾਲ ਚੁੱਕਨੇ ਵੀ ਆ ਤੇ ਤੁਸੀਂ ਮੁਹੱਬਤ ਕਰਦੇ ਜੇ ਇਸ ਨੰਬਰ ਕਰਕੇ, ਤੇ ਅਸੀਂ ਇਹ ਨੰਬਰ ਨਹੀਂ ਵੇਚ ਸਕਦੇ। WhatsApp ਮੇਰਾ ਤਕਰੀਬਨ 10-15 ਦਿਨਾਂ ਦੇ ਵਿੱਚ 9 ਵਾਰੀ ਬੈਨ ਹੋ ਚੁੱਕਿਆ। 9 ਵਾਰੀ ਬੈਨ ਹੋ ਚੁੱਕਿਆ। ਇੱਕ ਦਿਨ ਦੇ ਵਿੱਚ ਮੈਨੂੰ 15 ਤੋਂ 20 ਹਜ਼ਾਰ ਮੈਸੇਜ ਆਉਂਦੇ ਆ WhatsApp ਤੇ। 15 ਤੋਂ 20 ਹਜ਼ਾਰ ਬੰਦਿਆਂ ਦੇ ਮੈਸੇਜ ਆਉਂਦੇ ਆ, ਤੇ ਉਹ WhatsApp ਵੀ ਪਰੇਸ਼ਾਨ ਆ ਕਿ ਇੰਨੇ ਮੈਸੇਜ। ਸਿੱਧੂ ਦੀ ਇੱਕ ਫਿਲਮ ਬਣੀ ਸੀ, ਉਹਦੇ ਵਿੱਚ ਇੱਕ ਬੰਦੇ ਨੇ ਕੰਮ ਕੀਤਾ, ਉਹਨੇ ਵੀ ਕਾਲ ਕੀਤੀ। ਹਾਂਜੀ, ਸਭ ਤੋਂ ਪਹਿਲਾਂ ਇੰਡੀਆ ਦੇ ਵਿੱਚੋਂ ਨਾ ਮੈਨੂੰ ਉਸ ਬੰਦੇ ਨੇ ਰਾਬਤਾ ਕੀਤਾ। ਮੂਸਾ ਜੱਟ ਸਿੱਧੂ ਦੀ ਫਿਲਮ ਸੀ ਪਹਿਲੀ, ਉਹਦੇ ਵਿੱਚ ਉਹਨੇ ਵਿਲਨ ਦਾ ਕਿਰਦਾਰ ਕੀਤਾ ਸੀ। ਉਹਨੇ ਮੇਰੀ ਵੀਡੀਓ ਦੇਖੀ ਸੀ, ਉਹਨੇ ਮੈਨੂੰ ਫੋਨ ਕੀਤਾ, ਉਹਨੇ ਕਿਹਾ ਬਈ ਤੂੰ ਸਿੱਧੂ ਦਾ ਫੈਨ ਹੈ, ਅਸੀਂ ਤੇਰੇ ਫੈਨ ਹੋ ਗਏ। ਅੱਛਾ। ਯਕੀਨ ਕਰੋ ਉਹਦੀ ਉੱਤੇ DP ਲੱਗੀ ਸੀ। ਮੈਂ DP ਦੇਖੀ, ਮੈਂ ਕਿਹਾ ਬਈ ਮੈਂ ਤੈਨੂੰ ਕਿਤੇ ਦੇਖਿਆ। ਆਂਦਾ ਲੱਭ ਲੈ ਮੈਨੂੰ, ਤੂੰ ਕਿੱਥੇ ਦੇਖਿਆ? ਮੈਂ ਕਿਹਾ ਦੇਖਿਆ ਮੈਂ ਤੈਨੂੰ, ਲੇਕਿਨ ਮੇਰੇ ਜ਼ਿਹਨ 'ਚ ਨਹੀਂ ਆ ਰਿਹਾ। 10 ਤੋਂ 15 ਮਿੰਟ ਉਹਦੇ ਨਾਲ ਗੱਲਬਾਤ ਹੋਈ। ਉਹਨੇ ਕਿਹਾ ਮੈਂ ਸ਼ੂਟਿੰਗ 'ਚ ਹਾਂ, ਤੇ ਮੇਰਾ ਜਿਹੜਾ ਘਰ ਆ ਉਹ ਸਿੱਧੂ ਦੇ ਘਰ ਦੇ ਨਾਲ ਹੀ ਆ। ਸਿੱਧੂ ਦਾ ਆਪਣਾ ਜਿਹੜਾ ਇੰਝ ਸਮਝੋ ਜਿਵੇਂ ਘਰ ਤਰ੍ਹਾਂ ਹੀ ਹੈ, ਘਰ ਐਵੇਂ ਹੀ ਸਮਝੋ ਜਿਵੇਂ ਆਪਣਾ ਭਰਾ ਸੀ। ਤੇ ਮੈਂ ਗਿਆ
ਤੇ ਮੈਂ ਤੇਰੀ ਗੱਲ ਵੀ ਕਰਵਾਵਾਂਗਾ, ਸਭ ਕੁਝ ਵੀਡੀਓ ਕਾਲ ਤੇ ਗੱਲ ਕਰਵਾਵਾਂਗਾ, ਜਿਵੇਂ ਕਹੇਂਗਾ ਤੈਨੂੰ ਇੱਧਰ ਇਨਵਾਈਟ ਵੀ ਕਰਾਂਗੇ। ਪ੍ਰੋਡਿਊਸਰ ਨੇ ਰਾਬਤਾ ਕੀਤਾ, ਮਲਤਾਨ ਦਾ ਪ੍ਰੋਡਿਊਸਰ ਸੀ, ਉਹ ਫਿਲਮ ਪ੍ਰੋਡਿਊਸ ਕਰ ਰਿਹਾ, ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ। ਉਹਨੇ ਮੇਰੇ ਨਾਲ ਰਾਬਤਾ ਕੀਤਾ ਤੇ ਉਹਨੇ ਕਿਹਾ ਬਈ ਤੇਰਾ ਰਾਬਤਾ ਹੈਗਾ ਇੰਡੀਅਨ ਐਕਟਰਾਂ, ਪੰਜਾਬੀ ਐਕਟਰ ਨਾਲ, ਤੇ ਸਾਡਾ ਰਾਬਤਾ ਕਰਵਾਓ, ਅਸੀਂ ਫਿਲਮ ਕਰਨਾ ਚਾਹ ਰਹੇ ਹਾਂ ਉਹਨਾਂ ਨਾਲ। ਮੈਂ ਬਾਈ ਨੂੰ ਨਾ ਵਾਈਜ਼ ਕੀਤੀ, ਉਹ ਬੂਟਾ ਬਰਾੜ ਨੂੰ ਨਾ ਮੈਂ ਵਾਈਜ਼ ਕੀਤੀ, ਮੈਂ ਕਿਹਾ ਬਈ ਇਸ ਤਰ੍ਹਾਂ ਨਾ ਆਪਣੇ ਪਾਕਿਸਤਾਨ ਦਾ ਇੱਕ ਪ੍ਰੋਡਿਊਸਰ ਹੈ, ਉਹਨੇ ਨਾ ਉਹ ਫਿਲਮ ਕਰ ਰਿਹਾ ਚੜ੍ਹਦਾ ਤੇ ਲਹਿੰਦਾ ਪੰਜਾਬ, ਉਹਦੀ ਵਾਈਜ਼ ਮੇਰੇ ਕੋਲ ਪਈ ਹੋਈ ਆ, ਮੈਂ ਤੁਹਾਨੂੰ ਸੁਣਾਣਾ। ਉਹਨੇ ਕਿਹਾ ਬਈ ਤੇਰੇ ਵਾਸਤੇ ਜਾਨ ਵੀ ਹਾਜ਼ਰ ਏ। ਮੈਂ 10 ਹੋਰ ਐਕਟਰ ਲੈ ਕੇ ਹੁਣੇ ਆ ਜਾਣਾ ਪਾਕਿਸਤਾਨ। ਕਮਾਲ। ਹਾਂਜੀ, ਹੁਣ ਤਾਂ ਤੁਹਾਡੇ ਕੋਲ ਪੈਸੇ ਵੀ ਨਹੀਂ ਲਾਂਗਾ, 1 ਰੁਪਈਆ ਵੀ ਨਹੀਂ ਲਾਂਗਾ, ਆਪਣੇ ਖਰਚੇ ਤੇ ਸਭ ਕੁਝ ਆਪ ਕਰਾਂਗਾ ਮੈਂ, ਤੁਸੀਂ ਹੁਕਮ ਕਰੋ। ਬਿੱਟੂ ਸਾਹਿਬ ਮੈਨੂੰ ਇਹ ਵੀ ਪਤਾ ਚੱਲਿਆ, ਤੁਸੀਂ ਵੀ ਦੱਸ ਰਹੇ ਸੀ, ਕਜ਼ਨ ਤੁਹਾਡੇ ਵੀ ਦੱਸ ਰਹੇ, ਗਾਣੇ ਵੀ ਰਿਕਾਰਡ ਕਰਵਾ। ਹਾਂਜੀ ਹਾਂਜੀ, ਗਾਣੇ ਵਾਲੇ ਹੁਣ ਜਾ ਰਹੇ ਹੋ? ਹਾਂਜੀ ਹਾਂਜੀ, ਕਿਉਂਕਿ ਬਈ ਉਹ ਸਿੰਗਰ ਸੀ, ਉਹਨੂੰ ਸੁਣ ਕੇ ਅਸੀਂ ਇੰਨੇ ਕੁ ਜੋਗੇ ਤਾਂ ਹੋ ਗਏ ਆ ਕਿ ਅਸੀਂ ਆਪ ਵੀ ਲਿਖਨੇ ਆ ਤੇ ਇਨਸ਼ਾਅੱਲਾ ਹੁਣ ਆਪਣੇ ਕਰੀਬ ਗਾਣੇ ਵੀ ਆਣਗੇ। ਕੋਈ 1-2 ਬੋਲ ਜਿਹੜਾ ਆਪ ਲਿਖਿਆ ਹੋਵੇ, ਜਿਹੜਾ ਸਭ ਤੋਂ ਫੇਵਰਟ ਹੋਵੇ? ਸਭ ਤੋਂ ਫੇਵਰਟ ਇਹ ਹੀ ਆ ਕਿ ਇਹ ਰੈਪ ਲਿਖਿਆ ਮੈਂ ਖੁਦ। ਹਾਂਜੀ, ਕਮਾਲ ਹੈ। ਇਹ ਰੈਪ ਇਦਾਂ ਦਾ ਹੈ ਕਿ ਇੱਕ ਦਿਨ ਦੁਨੀਆ ਤੇ ਛਾਉਣ ਦਾ ਮੈਂ ਦੇਖਿਆ ਸੀ ਖਾਬ, ਦੇਖਿਆ ਅੱਜ ਮੁੰਡਾ ਬੇਟਵਾਂ ਦਾ ਵੈਰੀਆਂ ਨੂੰ ਗੀਤਾਂ ਰਾਹੀਂ ਦੇਣ ਲੱਗ ਪਿਆ ਜਵਾਬ, ਕਿਸੇ ਦੇ ਮੋਢਿਆਂ ਤੇ ਚੜ ਅੱਗੇ ਨਹੀਂ ਮੈਂ ਆਉਣਾ, ਜੋ ਵੀ ਕਰਨਾ ਇਹ ਕਰਨਾ ਮੈਂ ਆਪ।